ਨੂੰ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਜੋ ਕੈਨੇਡਾ ਦੇ ਹਾਲਾਤ ਬਣ ਰਹੇ ਨੇ, ਇਸ ਨੂੰ ਲੈ ਕੇ ਇਹ ਚਿੰਤਾ ਵਧਣ ਲੱਗ ਗਈ ਹੈ ਕਿ ਕਿਤੇ ਕੈਨੇਡਾ ਡਿਵੈਲਪਡ ਦੇਸ਼ਾਂ ਦੀ ਸੂਚੀ ਚੋਂ ਨਿਕਲ ਕੇ ਡਿਵੈਲਪਿੰਗ ਦੇਸ਼ਾਂ ਦੀ ਸੂਚੀ ਵਿੱਚ ਹੇਠਾਂ ਨਾ ਖਿਸਕ ਜਾਏ। ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਅੰਦਰ ਤੱਕ ਤੁਹਾਨੂੰ ਝਾਤ ਮਰਵਾਉਣ ਜਾ ਰਹੇ ਹਾਂ। ਦੋਸਤੋ, ਕੈਨੇਡਾ ਲਈ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਰਿਟਾਇਰ ਹੋ ਰਹੇ ਨੇ। ਉਹਨਾਂ ਨੂੰ ਪੈਨਸ਼ਨ ਤੇ ਹੋਰ ਭੱਤੇ ਦੇਣ ਲਈ ਵਰਕਫੋਰਸ ਦਾ ਕੰਮ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਟੈਕਸ ਦੇਣਗੇ ਤਾਂ ਉਹਨਾਂ ਟੈਕਸਾਂ ਦੇ ਰਾਹੀਂ ਹੀ ਸਰਕਾਰ ਇਹਨਾਂ ਖਰਚਿਆਂ ਨੂੰ ਪੂਰਾ ਕਰ ਸਕਦੀ ਹੈ। ਕੈਨੇਡਾ ਵਿੱਚ ਜਨਮ ਦਰ ਉਸ ਪ੍ਰਤੀਸ਼ਤ ਵਿੱਚ ਨਹੀਂ ਹੈ ਕਿ ਇਸ ਨੂੰ ਰਿਪਲੇਸ ਕੀਤਾ ਜਾ ਸਕੇ ਅਤੇ ਇਸ ਲਈ ਇਮੀਗ੍ਰੈਂਟਸ ਤੇ ਨਿਰਭਰ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਕੈਨੇਡਾ ਦਾ ਖੇਤਰਫਲ ਪੱਖੋਂ ਇੰਨਾ ਵੱਡਾ ਮੁਲਕ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਹਰ ਹਿੱਸੇ ਵਿੱਚ ਜਾ ਕੇ ਨਹੀਂ ਰਿਹਾ ਜਾ ਸਕਦਾ। ਬਹੁਤਾ ਕੈਨੇਡਾ ਤਾਂ ਖਾਲੀ ਪਿਆ ਹੈ ਤੇ ਇੱਥੋਂ ਦਾ ਸਰਦ ਮੌਸਮ ਜੀਵਨ ਦੀਆਂ ਚੁਣੌਤੀਆਂ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ। ਅਜਿਹੇ ਵਿੱਚ ਕੈਨੇਡਾ ਨੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਇਮੀਗ੍ਰੇਸ਼ਨ ਪ੍ਰਣਾਲੀ ਤਿਆਰ ਕੀਤੀ, ਜਿਸ ਤਹਿਤ ਸਟੱਡੀ ਵੀਜ਼ਾ, ਵਰਕ ਪਰਮਿਟ, ਐਕਸਪ੍ਰੈਸ ਐਂਟਰੀ, PNV, RNIP ਦੇ ਤਹਿਤ ਤੁਸੀਂ ਕੈਨੇਡਾ ਵਿੱਚ ਆ ਸਕਦੇ ਹੋ ਤੇ ਪੁਆਇੰਟਸ ਮੀਟ ਕਰਕੇ ਕੈਨੇਡਾ ਦੇ ਪੱਕੇ ਨਿਵਾਸੀ ਬਣ ਸਕਦੇ ਹੋ। ਪਰ ਹੁਣ ਕੈਨੇਡਾ ਕੁਝ ਮੁਲਕਾਂ ਤੇ ਇੰਨਾ ਮਿਹਰਬਾਨ ਹੋ ਗਿਆ ਹੈ ਕਿ ਇਨ੍ਹਾਂ ਸਾਰੇ ਮਾਪਦੰਡਾਂ ਨੂੰ ਪਿੱਛੇ ਛੱਡਦੇ ਹੋਏ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣ ਲਈ ਇਮੀਗ੍ਰੇਸ਼ਨ ਦਾ ਰਾਹ ਕਾਫੀ ਸੌਖਾ ਕਰਦਾ ਹੈ। ਕੈਨੇਡਾ ਵਿੱਚ ਇੱਕ ਪਾਸੇ ਤਾਂ ਪਹਿਲਾਂ ਹੀ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਇਮੀਗ੍ਰੈਂਟਸ ਦੀ ਗੱਲ ਅਕਸਰ ਕੀਤੀ ਜਾਂਦੀ ਹੈ ਕਿ ਇਹ ਇਹਨਾਂ ਦੋ ਮੁਲਕਾਂ ਦੇ ਲੋਕ ਵੱਡੇ ਪੱਧਰ ਤੇ ਕੈਨੇਡਾ ਦਾ ਰੁਖ ਕਰ ਰਹੇ ਨੇ, ਤਾਂ ਤੁਹਾਨੂੰ ਦੱਸ ਦਈਏ ਕਿ ਇਹ ਫਿਰ ਵੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦੇ ਹੋਏ ਇੱਥੋਂ ਦੇ ਪੱਕੇ ਨਿਵਾਸੀ ਬਣਦੇ ਨੇ। ਪਰ ਜਿਸ ਤਰੀਕੇ ਨਾਲ ਸੀਰੀਆ, ਅਫਗਾਨਿਸਤਾਨ, ਯੂਕਰੇਨ ਜਾਂ ਹਾਂਗਕਾਂਗ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਬਿਨਾਂ ਜ਼ਿਆਦਾ ਪੁੱਛ ਪੜਤਾਲ ਜਾਂ ਕਿਸੇ ਸਟਰੀਮ ਵਿੱਚ ਐਲੀਜੀਬਲ ਹੋਇਆਂ ਹੀ PR ਤੱਕ ਦਾ ਰਾਸਤਾ ਬਣਾਇਆ ਜਾ ਰਿਹਾ ਹੈ, ਇਸ ਨੇ ਇੱਕ ਡਿਬੇਟ ਨੂੰ ਹਵਾ ਦੇ ਦਿੱਤੀ ਹੈ। ਜੇਕਰ ਸਿਰਫ ਯੂਕਰੇਨ ਤੋਂ ਆਉਣ ਵਾਲੇ ਇਮੀਗ੍ਰੈਂਟਸ ਦੀ ਗੱਲ ਕਰੀਏ ਤਾਂ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਾਰ ਐਮਰਜੈਂਸੀ ਟਰੈਵਲ ਤਹਿਤ ਟੈਂਪਰੇਰੀ ਰੈਜ਼ੀਡੈਂਸ ਲਈ 17 ਮਾਰਚ 2022 ਤੋਂ 1 ਜੁਲਾਈ 2023 ਤੱਕ 11,403 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 7,93,804 ਅਰਜ਼ੀਆਂ ਅਪਰੂਵ ਹੋਈਆਂ ਤੇ ਇਸੇ ਸਮੇਂ ਦੌਰਾਨ 1,66,849 ਲੋਕ ਕੈਨੇਡਾ ਪੁੱਜੇ। ਨੋਵਾ ਸਕੋਸ਼ੀਆ ਵਰਗੀਆਂ ਪ੍ਰੋਵਿੰਸਸ ਵਿੱਚ ਇਹਨਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਰਕਾਰ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ। ਇਹਨਾਂ ਨੂੰ ਕੈਨੇਡਾ ਪਹੁੰਚਣ ਲਈ ਨਾ ਤਾਂ ਕਿਸੇ ਤਰ੍ਹਾਂ ਦਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਲੈਣ ਦੀ ਐਲੀਜੀਬਲ ਹੋਣਾ ਪਿਆ ਹੈ, ਸਗੋਂ ਇਹਨਾਂ ਦਾ PR ਤੱਕ ਦਾ ਰਾਸਤਾ ਵੀ ਸੌਖਾ ਕੀਤਾ ਜਾ ਰਿਹਾ ਹੈ, ਜਿਵੇਂ ਹਾਲ ਹੀ ਵਿੱਚ ਹਾਂਗਕਾਂਗ ਦੇ ਲੋਕਾਂ ਲਈ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜੇਕਰ ਕੋਈ ਵੀ ਵਿਅਕਤੀ ਹਾਂਗਕਾਂਗ ਤੋਂ ਕੈਨੇਡਾ ਆਇਆ ਹੈ, ਇੱਥੇ ਪਿਛਲੇ 3 ਸਾਲ ਤੋਂ ਰਹਿ ਰਿਹਾ ਹੈ ਤੇ ਪਿਛਲੇ 3 ਸਾਲਾਂ ਵਿੱਚ ਜੇਕਰ ਉਸਨੇ 1 ਸਾਲ ਵੀ ਕੰਮ ਕੀਤਾ ਹੈ ਜਾਂ 1635 ਘੰਟੇ ਚਾਹੇ ਪਾਰਟ ਟਾਈਮ ਹੀ ਕੰਮ ਕੀਤਾ ਹੈ ਤਾਂ ਉਹਨਾਂ ਨੂੰ PR ਦਾ ਸਿੱਧਾ ਰਾਸਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਲਈ ਉਹਨਾਂ ਨੂੰ ਕੈਨੇਡਾ ਵਿੱਚ ਪੜ੍ਹਾਈ ਕਰਨ ਜਾਂ ਪੁਆਇੰਟ ਸਿਸਟਮ ਮੀਟ ਕਰਨ ਦੀ ਲੋੜ ਨਹੀਂ। ਸਟੈਟਿਸਟਿਕਸ ਕੈਨੇਡਾ 2021 ਦੇ ਸੈਂਸਸ ਡਾਟਾ ਦੇ ਅਨੁਸਾਰ ਉਸ ਸਮੇਂ 2,13,855 ਇਮੀਗ੍ਰੈਂਟਸ ਨੇ ਹਾਂਗਕਾਂਗ ਨੂੰ ਆਪਣਾ ਜਨਮ ਸਥਾਨ ਦੱਸਿਆ ਸੀ ਅਤੇ ਇਹ ਕੈਨੇਡਾ ਇਮੀਗ੍ਰੈਂਟਸ ਦੀ ਸੂਚੀ ਵਿੱਚ ਚੋਟੀ ਦੀਆਂ 5 ਏਸ਼ੀਅਨ ਕੰਟਰੀਜ਼ ਦੀ ਸੂਚੀ ਚੋਂ ਇੱਕ ਹੈ। ਜਨਵਰੀ ਤੋਂ ਨਵੰਬਰ 2022 ਦੇ ਵਿੱਚ ਹੀ 17,495 ਦੇ ਕਰੀਬ ਹਾਂਗਕਾਂਗ ਤੋਂ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਤੇ ਲੋਕ ਕੈਨੇਡਾ ਪੁੱਜੇ ਤੇ ਸਮੇਂ-ਸਮੇਂ ਤੇ ਇਹਨਾਂ ਦੇ ਵਰਕ ਪਰਮਿਟ ਐਕਸਟੈਂਡ ਕੀਤੇ ਗਏ। ਅਜਿਹੇ ਵਿੱਚ ਇਸ ਤੋਂ ਬਾਅਦ ਇਮੀਗ੍ਰੇਸ਼ਨ ਮਾਹਿਰ ਇਹ ਮੰਨਦੇ ਨੇ ਕਿ ਅਗਲਾ ਨੰਬਰ ਯੂਕਰੇਨੀਅਨਸ ਦਾ ਹੈ। ਇਸ ਵੇਲੇ 1 ਮਿਲੀਅਨ ਦੇ ਕਰੀਬ ਯੂਕਰੇਨੀਅਨਸ ਕੈਨੇਡਾ ਵਿੱਚ ਨੇ ਤੇ ਇਹਨਾਂ ਨੂੰ ਪੱਕੇ ਕਰਨ ਦਾ ਰਾਸਤਾ ਵੀ ਲੱਭਿਆ ਜਾ ਰਿਹਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਵਿੱਚ ਇਹਨਾਂ ਤੋਂ ਇਲਾਵਾ 1 ਮਿਲੀਅਨ ਲੋਕ ਟੈਂਪਰੇਰੀ ਸਟੇਟਸ ਤੇ ਨੇ, ਜਿਨ੍ਹਾਂ ਵਿੱਚ 6 ਲੱਖ ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟਸ ਅਤੇ 3 ਲੱਖ ਦੇ ਕਰੀਬ ਵਰਕ ਪਰਮਿਟ ਹੋਲਡਰਸ ਨੇ। ਤੇ ਜੇਕਰ ਕੈਨੇਡਾ ਇੰਜ ਹੀ ਵੱਖ-ਵੱਖ ਕੁਦਰਤੀ ਆਪਦਾ ਜਾਂ ਫਿਰ ਜੰਗ ਪ੍ਰਭਾਵਿਤ ਮੁਲਕਾਂ ਨੂੰ ਰਾਹਤ ਦਿੰਦਾ ਰਿਹਾ ਤਾਂ ਕੈਨੇਡਾ ਜਾਂ ਕੈਨੇਡੀਅਨਸ ਦਾ ਕੀ ਭਵਿੱਖ ਹੋਏਗਾ? ਸਰਕਾਰੀ ਗ੍ਰਾਂਟਾਂ ਜੋ ਇਹਨਾਂ ਨੂੰ ਦਿੱਤੀਆਂ ਗਈਆਂ ਨੇ, ਇਹਨਾਂ ਦਾ ਬੋਝ ਵੀ ਕੈਨੇਡੀਅਨ ਟੈਕਸਪੇਅਰਸ ਦੇ ਸਿਰ ਤੇ ਪੈ ਰਿਹਾ ਹੈ। ਕੈਨੇਡਾ ਵਿੱਚ ਘਰਾਂ ਦੀ ਕਿੱਲਤ ਤਾਂ ਪਹਿਲਾਂ ਤੋਂ ਹੀ ਹੈ। ਜ਼ਿਆਦਾਤਰ ਪ੍ਰਵਾਸੀ ਕੈਨੇਡਾ ਦੇ ਵਿਕਸਿਤ ਸ਼ਹਿਰਾਂ ਵਿੱਚ ਹੀ ਵਸਣ ਨੂੰ ਤਰਜੀਹ ਦੇ ਰਹੇ ਨੇ, ਜਦਕਿ ਉੱਥੇ ਰਹਿਣਾ ਅਫੋਰਡੇਬਲ ਨਹੀਂ ਹੋ ਰਿਹਾ। ਕੈਨੇਡਾ ਦੀ ਆਬਾਦੀ ਪਿਛਲੇ ਮਹੀਨੇ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ, ਪਰ ਇਸ ਤੋਂ ਇਲਾਵਾ ਕਿੰਨੀ ਗਿਣਤੀ ਵਿੱਚ ਟੈਂਪਰੇਰੀ ਸਟੇਟਸ ਤੇ ਲੋਕ ਕੈਨੇਡਾ ਵਿੱਚ ਰਹਿ ਰਹੇ ਨੇ, ਇਸ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦਾ ਬੋਝ ਵੀ ਕੈਨੇਡਾ ਦੇ ਹਾਊਸਿੰਗ ਤੋਂ ਲੈ ਕੇ ਸਿਟੀ ਦੀਆਂ ਸਰਵਿਸਿਜ਼ ਤੱਕ ਸਭ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿੱਚ ਜਿਹੜੇ ਵਿਦਿਆਰਥੀ ਜਾਂ ਵਰਕ ਪਰਮਿਟ ਤੇ ਪ੍ਰਵਾਸੀ ਆਉਂਦੇ ਨੇ, ਉਹ ਘੱਟੋ-ਘੱਟ ਲੈਂਗੁਏਜ ਤੋਂ ਲੈ ਕੇ ਹਰ ਟੈਸਟ ਪਾਸ ਕਰਕੇ PR ਲਈ ਐਲੀਜੀਬਿਲਿਟੀ ਮੀਟ ਕਰਕੇ ਦੇਸ਼ ਦੀ ਇਕਨੋਮੀ ਵਿੱਚ ਹਿੱਸਾ ਪਾਉਂਦੇ ਨੇ, ਨਾ ਕਿ ਸਰਕਾਰੀ ਵੈਲਫੇਅਰ ਤੇ ਹੁੰਦੇ ਨੇ। ਪਰ ਜਿਸ ਤਰੀਕੇ ਨਾਲ ਇਸ ਵੇਲੇ ਸਰਕਾਰ ਇਮੀਗ੍ਰੇਸ਼ਨ ਸਿਸਟਮ ਦਾ ਪੱਠਾ ਬਿਠਾਉਣ ਤੇ ਤੁਲੀ ਹੋਈ ਹੈ, ਇਸ ਨੇ ਕੈਨੇਡੀਅਨਸ ਦੀ ਚਿੰਤਾ ਨੂੰ ਜ਼ਰੂਰ ਵਧਾ ਦਿੱਤਾ ਹੈ। ਪਹਿਲਾਂ ਹੀ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਸਿਰਫ ਵੇਅਰ ਹਾਊਸਿਸ ਵਿੱਚ ਕਾਮਿਆਂ ਦੀ ਗਿਣਤੀ ਵਧਾ ਕੇ ਜੋ ਐਵਰੇਜ ਵੇਜ ਤੇ ਕੰਮ ਕਰਦੇ ਨੇ, ਕਾਮੇ ਲਿਆ ਕੇ ਵਿਕਾਸ ਦੀਆਂ ਗੱਲਾਂ ਨਹੀਂ ਹੋ ਸਕਦੀਆਂ।
ਦੇਸ਼ ਨੂੰ ਇਮੀਗ੍ਰੇਸ਼ਨ ਦੇ ਨਾਲ-ਨਾਲ ਨਿਵੇਸ਼ ਦੀ ਵੀ ਉਨੀ ਹੀ ਲੋੜ ਹੈ ਤਾਂ ਕਿ ਕੈਨੇਡਾ ਦੇ ਪੜ੍ਹੇ ਲਿਖੇ ਨੌਜਵਾਨ ਆਪਣੀ ਨੌਕਰੀ ਦੀ ਤਲਾਸ਼ ਵਿੱਚ ਅੱਗੇ ਦੂਜੇ ਮੁਲਕਾਂ ਦਾ ਰੁਖ ਨਾ ਕਰਨ। ਕੈਨੇਡੀਅਨ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਮੁਲਕਾਂ ਵਿੱਚੋਂ ਚੋਟੀ ਤੇ ਆਉਂਦੇ ਨੇ ਤੇ ਅਜਿਹੇ ਵਿੱਚ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਸਿਸਟਮ ਦਾ ਹਾਲ ਹੋ ਰਿਹਾ ਹੈ, ਉਹ ਦਿਨ ਦੂਰ ਨਹੀਂ ਕਿ ਲੋਕ ਕੈਨੇਡਾ ਤੋਂ ਦੂਜੇ ਮੁਲਕਾਂ ਨੂੰ ਰੁਖ ਕਰਨਾ ਸ਼ੁਰੂ ਕਰ ਦੇਣਗੇ, ਜੋ ਕਿ ਹੋਣਾ ਸ਼ੁਰੂ ਹੋ ਚੁੱਕਿਆ ਹੈ। ब्यूरो रिपोर्ट, हमदर्द न्यूज़।